ਸਤਿ ਸ਼੍ਰੀ ਅਕਾਲ ਪੰਜਾਬ। ਤੁਸੀਂ ਦੇਖ ਰਹੇ ਹੋ ਸਪਾਰਕ ਪੰਜਾਬੀ ਮਿਸ਼ਾ ਬਾਜਵਾ ਦੇ ਨਾਲ। ਤੁਸੀਂ ਨੋਟ ਕਰ ਰਹੇ ਹੋਵੋਗੇ ਕਿ ਮੈਂ ਕੋਟੀ ਪਾਣੀ ਸ਼ੁਰੂ ਕਰ ਦਿੱਤੀ ਹੈ, ਸਵੈਟਰ ਪਾ ਲਿਆ ਹੈ ਅੱਜ ਮੈਂ, ਕਿਉਂਕਿ ਮੈਨੂੰ ਬਹੁਤ ਠੰਡ ਲੱਗ ਰਹੀ ਸੀ। ਤੇ ਤੁਸੀਂ ਵੀ ਆਪਣਾ ਧਿਆਨ ਰੱਖਿਓ, ਕਿਉਂਕਿ ਇਹ ਜਿਹੜੀ ਠੰਡ ਹੈ ਨਾ, ਇਹ ਬਿਮਾਰ ਬਹੁਤ ਛੇਤੀ ਕਰਦੀ ਹੈ। ਇਸ ਲਈ ਪਰਹੇਜ਼ ਬਹੁਤ ਬਿਹਤਰ ਹੈ। ਸੋ ਚਾਹ ਦਾ ਕੱਪ ਪੀਓ, ਸਵੈਟਰ ਪਾ ਕੇ ਬਾਹਰ ਨਿਕਲੋ, ਆਪਣੇ ਸਰੀਰ ਨੂੰ ਠੰਡੀਆਂ ਹਵਾਵਾਂ ਤੋਂ ਬਚਾਓ। ਤੇ ਅੱਜ ਦਾ ਦਿਨ ਹੈ ਜੀ ਵੀਰਵਾਰ ਦਾ, ਤੇ ਵੀਰਵਾਰ ਦੀ ਇਸ ਸੱਜਰੀ ਸਵੇਰ ਦੀ ਸ਼ੁਰੂਆਤ ਆਪਾਂ ਕਰਾਂਗੇ ਹਮੇਸ਼ਾ ਦੀ ਤਰ੍ਹਾਂ ਗੁਰਮਤ ਵਿਚਾਰ ਦੇ ਨਾਲ। ਇੱਕ ਤੇਰਾ ਸਹਾਰਾ ਮਿਲ ਜਾਏ ਦਾਤਾ, ਦੁਨੀਆ ਦੀ ਪਰਵਾਹ ਨਹੀਂ ਕਰਦਾ। ਜੇ ਤੇਰੀ ਇੱਕ ਰਹਿਮਤ ਹੋ ਜਾਏ, ਜੇ ਤੇਰੀ ਇੱਕ ਰਹਿਮਤ ਹੋ ਜਾਏ, ਬੰਦੇ ਦਾ ਹਰ ਕੰਮ ਸਵਰਦਾ। ਇੱਕ ਤੇਰਾ ਸਹਾਰਾ ਮਿਲ ਜਾਏ ਦਾਤਾ, ਦੁਨੀਆ ਦੀ ਪਰਵਾਹ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਆਪ ਜੀ ਦੇ ਸਾਹਮਣੇ ਜੀਵਨ ਮਨੋਰਥ ਦੇ ਵਿਸ਼ੇ ਉੱਤੇ ਕੁਝ ਗੁਰਬਾਣੀ ਦੇ ਵਿਚਾਰ ਰੱਖਣਾ ਚਾਹੁੰਦਾ ਹਾਂ। ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਮਨੁੱਖਾ ਸਰੀਰ ਬੜੇ ਹੀ ਵੱਡੇ ਭਾਗਾਂ ਦੇ ਨਾਲ ਇਹ ਪ੍ਰਾਪਤ ਹੋਇਆ ਹੈ। ਸੱਚੇ ਪਾਤਸ਼ਾਹ ਜੀ ਪਾਵਨ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਨੇ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕੇਵਲ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਸ ਸੰਸਾਰ ਦੇ ਵਿੱਚ ਨਾਮ ਜਪਣ ਦੇ ਲਈ, ਬੰਦਗੀ ਕਰਨ ਦੇ ਲਈ, ਭਜਨ ਕਰਨ ਦੇ ਲਈ ਇਹ ਸਭ ਤੋਂ ਵੱਡਾ ਸੁਨਹਿਰੀ ਮੌਕਾ ਦਿੱਤਾ ਹੈ। ਤੇ ਅਸੀਂ ਇਸ ਸੰਸਾਰ ਦੇ ਵਿੱਚ ਆ ਕਰਕੇ ਕੇਵਲ ਇਹਨਾਂ ਮਾਇਕ ਰੂਪੀ ਪਦਾਰਥਾਂ ਦੇ ਵਿੱਚ ਆਪਣੇ ਆਪ ਨੂੰ ਖਚਿਤ ਕਰਕੇ ਉਸ ਪਰਿਪੂਰਨ ਪਰਮਾਤਮਾ ਨੂੰ ਭੁੱਲਦੇ ਜਾ ਰਹੇ ਹਾਂ, ਵਿਸਾਰਦੇ ਜਾ ਰਹੇ ਹਾਂ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖਵਾਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ। ਭਾਵ ਅਸੀਂ ਖਾਣ ਪੀਣ ਦੇ ਲਈ ਤਾਂ ਹਰੇਕ ਵਕਤ ਸਾਡੀ ਜੀਭਾ ਜਿਹੜੀ ਉਹ ਤਤਪਰ ਰਹਿੰਦੀ ਏ। ਅਨੇਕਾਂ ਤਰ੍ਹਾਂ ਦੇ ਸੁੱਖ ਜਿਹੜੇ ਨੇ ਅਸਾਂ ਨੇ ਸੰਸਾਰ ਦੇ ਵਿੱਚ ਅਪਣਾਏ ਹੋਏ ਨੇ, ਪਰ ਜਦੋਂ ਪਰਮਾਤਮਾ ਦੇ ਨਾਮ ਦੀ ਗੱਲ ਆਉਂਦੀ ਏ, ਜੀਵਨ ਮਨੋਰਥ ਦੀ ਗੱਲ ਆਉਂਦੀ ਏ ਕਿ ਸਾਡਾ ਇਸ ਸੰਸਾਰ ਦੇ ਵਿੱਚ ਆਉਣ ਦਾ ਕੇਵਲ ਇਹ ਮਕਸਦ ਨਹੀਂ ਏ ਕਿ ਚੰਗਾ ਖਾ ਲਿਆ, ਚੰਗਾ ਪੀ ਲਿਆ। ਮੰਦੇ ਬੋਲ ਜਿਹੜੇ ਨੇ ਸੰਸਾਰ ਦੇ ਵਿੱਚ ਅਸੀਂ ਇੱਕ ਦੂਜੇ ਨੂੰ ਬੋਲਦੇ ਹਾਂ, ਜੋ ਅਸਲ ਮੂਲ ਹੈ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਹਿਚਾਨ। ਅਸਾਂ ਨੇ ਆਪਣੇ ਮੂਲ ਦੀ ਪਹਿਚਾਨ ਕਰਨੀ ਏ, ਜਿਸ ਪਰਿਪੂਰਨ ਪਰਮਾਤਮਾ ਨੇ ਸਾਨੂੰ ਇਸ ਸੰਸਾਰ ਦੇ ਵਿੱਚ ਘੱਲਿਆ ਏ। ਅਸੀਂ ਉਸ ਪਰਮਾਤਮਾ ਦਾ ਕੋਟਾਨ ਕੋਟ ਧੰਨਵਾਦ ਕਰਨਾ ਏ, ਸ਼ੁਕਰਾਨਾ ਕਰਨਾ ਏ। ਉਹਦੇ ਲਈ ਸਾਨੂੰ ਬਾਣੀ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਾਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਵਸਾਉਣਾ ਪਵੇਗਾ, ਗੁਰੂ ਦਾ ਓਟ ਆਸਰਾ ਲੈਣਾ ਪਵੇਗਾ। ਜਿੰਨਾ ਚਿਰ ਅਸੀਂ ਗੁਰਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਨਹੀਂ ਵਸਾਉਂਦੇ, ਉਹਨਾਂ ਚਿਰ ਅਸੀਂ ਆਪਣੇ ਜੀਵਨ ਮਕਸਦ ਦੇ ਵਿੱਚ ਪੂਰੇ ਨਹੀਂ ਹੋ ਸਕਦੇ। ਸੱਚੇ ਪਾਤਸ਼ਾਹ ਜੀ ਨੇ ਪਾਵਨ ਗੁਰਬਾਣੀ ਦੇ ਅੰਦਰ ਬੜੇ ਪ੍ਰੇਮ ਦੇ ਨਾਲ ਇਹ ਬਖਸ਼ਿਸ਼ ਕਰਨਾ ਕੀਤੀ ਹੈ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁਫਕੜੇ ਸਭ ਮੁਕਦੀ ਚੱਲੀ ਰਹਿਣ। ਭਾਈ ਤੂੰ ਇਸ ਸੰਸਾਰ ਦੇ ਵਿੱਚ ਲਾਹ ਲੈਣ ਦੇ ਲਈ ਆਇਆ, ਕਾਹਦਾ ਲਾਹ ਲੈਣ ਦੇ ਲਈ ਆਇਆ? ਸੱਚੇ ਪਾਤਸ਼ਾਹ ਜੀ ਨੇ ਨਾਲ ਇਹ ਵੀ ਗੱਲ ਸਮਝਾ ਦਿੱਤੀ ਏ, ਭਾਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਜਦੋਂ ਅਸੀਂ ਆਪਣਾ ਮਨ ਨੀਵਾਂ ਕਰਕੇ, ਨਿਮਰਤਾ ਦੇ ਵਿੱਚ ਆ ਕਰਕੇ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਾਂਗੇ, ਤੇ ਸਹਿਜੇ ਸਾਨੂੰ ਇਸ ਗੱਲ ਦੀ ਸੋਝੀ ਮਿਲ ਜਾਵੇਗੀ, ਸਹਿਜੇ ਸਾਨੂੰ ਇਸ ਗੱਲ ਦਾ ਪਤਾ ਲੱਗ ਜਾਵੇਗਾ ਕਿ ਸਾਡਾ ਜੀਵਨ ਮਨੋਰਥ ਅਸਲ ਦੇ ਵਿੱਚ ਕੀ ਹੈ। ਕੇਵਲ ਮਾਇਆ ਧਨ ਸੰਸਾਰੀ ਪਦਾਰਥਾਂ ਦੇ ਤੱਕ ਅਸਾਂ ਨੇ ਸੀਮਿਤ ਨਹੀਂ ਰਹਿਣਾ। ਜਿਸ ਪਰਮਾਤਮਾ ਨੇ ਸਾਨੂੰ ਇਸ ਸੰਸਾਰ ਦੇ ਵਿੱਚ ਘੱਲਿਆ ਏ, ਅਸਾਂ ਨੇ ਉਸ ਪਰਮਾਤਮਾ ਦਾ ਕੋਟਾਨ ਕੋਟ ਸ਼ੁਕਰਾਨਾ ਕਰਨਾ ਹੈ।
ਸਤਿ ਸ਼੍ਰੀ ਅਕਾਲ ਪੰਜਾਬ, ਤੁਸੀਂ ਦੇਖ ਰਹੇ ਹੋ ਸਪਾਰਕ ਪੰਜਾਬੀ ਮਿਸ਼ਾ ਬਾਜਵਾ ਦੇ ਨਾਲ। ਗੱਲ ਕਰਾਂਗੇ ਜੀ ਫਿਟਨੈਸ ਦੀ। ਹਾਂਜੀ, ਤੁਹਾਡੀ ਫਿਟਨੈਸ ਦਾ ਹਮੇਸ਼ਾ ਦੀ ਤਰ੍ਹਾਂ ਅਸੀਂ ਰੱਖਦੇ ਹਾਂ ਪੂਰਾ ਖਿਆਲ ਤੇ ਅੱਜ ਸਾਡੇ ਫਿਟਨੈਸ ਐਕਸਪਰਟ ਸ਼ੋਭਨਾ ਤੁਹਾਨੂੰ ਦੱਸਣਗੇ ਕਿ ਸਵਿਸ ਬਾਲ ਦਾ ਇਸਤੇਮਾਲ ਕਰਦੇ ਹੋਏ ਕਿਸ ਤਰ੍ਹਾਂ ਐਕਸਰਸਾਈਜ਼ਸ ਕੀਤੀਆਂ ਜਾ ਸਕਦੀਆਂ ਨੇ। ਸੋ ਹੀਅਰ ਵੀ ਗੋ। ਗੁੱਡ ਮਾਰਨਿੰਗ ਫਰੈਂਡਸ, ਵੈਲਕਮ ਟੂ ਸਤਿ ਸ਼੍ਰੀ ਅਕਾਲ ਪੰਜਾਬ। ਮੇਰਾ ਨਾਮ ਹੈ ਸ਼ੋਭਨਾ ਜੁਨੇਜਾ ਤੇ ਮੇਰੇ ਨਾਲ ਆਪਾਂ ਸ਼ੁਰੂ ਕਰਾਂਗੇ ਅੱਜ ਦਾ ਫਿਟਨੈਸ ਵਰਕਆਊਟ। ਅੱਜ ਦਾ ਜਿਹੜਾ ਆਪਾਂ ਫਿਟਨੈਸ ਸੈਸ਼ਨ ਸ਼ੁਰੂ ਕਰਨ ਵਾਲੇ ਹਾਂ ਉਹ ਹੈ ਸਵਿਸ ਬਾਲ ਦੇ ਨਾਲ। ਸਵਿਸ ਬਾਲ ਇੱਕ ਇਹੋ ਜਿਹਾ ਫ੍ਰੀ ਵੇਟ ਹੈ ਜੋ ਕਿ ਨਾ ਹੀ ਸਾਡੇ ਵਰਕਆਊਟ ਨੂੰ ਇੰਟਰਸਟਿੰਗ ਬਣਾਉਂਦਾ ਹੈ ਬਲਕਿ ਉਹਨੂੰ ਇਫੈਕਟਿਵ ਵੀ ਬਣਾਉਂਦਾ ਹੈ। ਸਵਿਸ ਬਾਲ ਦੇ ਨਾਲ ਆਪਾਂ ਬਹੁਤ ਸਾਰੀ ਐਕਸਰਸਾਈਜ਼ਸ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਆਪਾਂ ਲਰਨ ਕਰਾਂਗੇ ਟਵਿਸਟਿੰਗ ਵਿਦ ਦ ਸਵਿਸ ਬਾਲ। ਲੈਟਸ ਲਰਨ ਹਾਊ ਟੂ ਡੂ ਇਟ ਸਟੈਪ ਬਾਏ ਸਟੈਪ। ਸਵਿਸ ਬਾਲ ਦੇ ਨਾਲ ਸਭ ਤੋਂ ਪਹਿਲਾਂ ਜਿਹੜੀ ਆਪਾਂ ਐਕਸਰਸਾਈਜ਼ ਕਰ ਰਹੇ ਹਾਂ ਉਹ ਹੈ ਟਵਿਸਟਿੰਗ ਵਿਦ ਦ ਸਵਿਸ ਬਾਲ। ਇਸ ਨੂੰ ਕਰਨ ਲਈ ਸਭ ਤੋਂ ਪਹਿਲਾਂ ਆਪਣੇ ਫੀਟ ਨੂੰ ਆਪਾਂ ਰੱਖਣਾ ਹੈ ਮੋਰ ਦੈਨ ਸ਼ੋਲਡਰ ਵਿਡਥ ਅਪਾਰਟ। ਬਾਲ ਨੂੰ ਆਪਾਂ ਦੋਨੋਂ ਹੈਂਡਸ ਵਿੱਚ ਕੈਰੀ ਕਰਨਾ ਹੈ। ਆਰਮਸ ਆਪਣੀ ਸਟ੍ਰੇਟ ਰਹਿਣਗੀਆਂ। ਫੀਟ ਆਰ ਸ਼ੋਲਡਰ ਵਿਡਥ ਅਪਾਰਟ ਔਰ ਮੋਰ ਦੈਨ ਸ਼ੋਲਡਰ ਵਿਡਥ ਅਪਾਰਟ। ਆਰਮਸ ਆਰ ਸਟ੍ਰੇਟ। ਬੋਲ ਆਪਾਂ ਹੋਲਡ ਕੀਤਾ ਹੋਇਆ ਹੈ। ਇਨਹੇਲ ਕਰਦੇ ਹੋਏ ਬੋਡੀ ਇਜ਼ ਇਨ ਸੈਂਟਰ ਐਂਡ ਜਿਵੇਂ ਆਪਾਂ ਐਕਸੇਲ ਕਰਨੇ ਹਾਂ ਵਿਲ ਟਵਿਸਟ ਦ ਬਾਲ ਇਨ ਦ ਬੋਡੀ ਟੂ ਵਨ ਸਾਈਡ। इनहेल करते हुए सेंटर, एक्सेल करते हुए ट्विस्टिंग एंड टर्निंग टू द अदर साइड। इनहेल सेंटर, एक्सेलिंग ट्विस्टिंग टू द राइट, इनहेलिंग सेंटर, एक्सेलिंग ट्विस्टिंग टू द अदर साइड। कीप डूइंग इट विद योर ब्रेथ। ਤੁਸੀਂ ਆਪਣੀ ਬ੍ਰੈਥ ਦਾ ਧਿਆਨ ਦੇਣਾ ਹੈ। ਇਨਹੇਲ ਕਰਦੇ ਹੋਏ ਸੈਂਟਰ ਹੈ, ਐਕਸੇਲ ਕਰਦੇ ਹੋਏ ਟਵਿਸਟ ਹੈ ਤੇ ਨਾਲੇ ਤੁਹਾਨੂੰ ਆਪਣੇ ਫੀਟ ਦਾ ਵੀ ਧਿਆਨ ਦੇਣਾ ਹੈ। ਤੁਸੀਂ ਵੇਖ ਰਹੇ ਹੋ ਕਿਵੇਂ ਜਦੋਂ ਤੁਸੀਂ ਰਾਈਟ ਸਾਈਡ ਟਵਿਸਟ ਕਰਦੇ ਹੋ ਤਾਂ ਲੈਫਟ ਫੁੱਟ ਦੀ ਹੀਲ ਉੱਤੇ ਚੱਕ ਲੈਂਦੀ ਆ। ਜਿਵੇਂ ਤੁਸੀਂ ਲੈਫਟ ਸਾਈਡ ਟਵਿਸਟ ਕਰਦੇ ਹੋ ਤਾਂ ਰਾਈਟ ਫੁੱਟ ਦੀ ਹੀਲ ਆਪਣੇ ਆਪ ਉੱਪਰ ਆ ਜਾਂਦੀ ਹੈ ਤੇ ਆਪੋਜ਼ਿਟ ਜਿਹੜਾ ਤੁਹਾਡਾ ਨੀ ਹੈ ਉਹ ਵੀ ਥੋੜਾ ਜਿਹਾ ਬੈਂਡ ਹੋ ਜਾਂਦਾ ਹੈ। ਰਾਈਟ ਐਂਡ ਲੈਫਟ ਟਵਿਸਟਿੰਗ ਹੋ ਰਹੀ ਹੈ। ਇਸ ਦੇ ਨਾਲ ਕੀ ਹੁੰਦਾ ਹੈ, ਆਪਾਂ ਬਾਲ ਫੜੀ ਹੋਈ ਹੈ, ਆਰਮਸ ਦਾ ਵਰਕਆਊਟ ਤਾਂ ਹੋ ਹੀ ਰਿਹਾ ਹੈ। ਟਵਿਸਟ ਕਰ ਰਹੇ ਹਾਂ, ਸਪਾਈਨਲ ਨੂੰ ਬੜੀ ਚੰਗੀ ਟਵਿਸਟਿੰਗ ਮਿਲਦੀ ਹੈ ਤੇ ਉਹਦੀ ਸਰਕੂਲੇਸ਼ਨ ਇੰਪਰੂਵ ਹੁੰਦੀ ਹੈ ਤੇ ਨਾਲ ਦੇ ਨਾਲ ਆਪਣੇ ਜਿਹੜੇ ਸਾਈਡਸ ਨੇ ਓਬਲੀਕਸ ਨੇ ਉਸ ਦਾ ਬਹੁਤ ਹੀ ਵਧੀਆ ਵਰਕਆਊਟ ਹੁੰਦਾ ਹੈ। ਸਵਿਸ ਬਾਲ ਦੇ ਨਾਲ ਜਿਹੜੀ ਆਪਾਂ ਟਵਿਸਟਿੰਗ ਕਰ ਰਹੇ ਹਾਂ ਰਾਈਟ ਟੂ ਲੈਫਟ ਉਹ ਆਪਾਂ 20 ਤੋਂ 30 ਵਾਰੀ ਕਰ ਸਕਦੇ ਹਾਂ। ਦੈਟ ਇਜ਼ 15 ਔਨ ਦ ਰਾਈਟ ਐਂਡ 15 ਔਨ ਦ ਲੈਫਟ ਔਰ 20 ਔਨ ਦ ਰਾਈਟ 20 on the left, finishing up 30 to 40 in total। ਇਸ ਦੇ ਤੁਸੀਂ 3 ਜਾਂ ਫਿਰ 4 ਸੈੱਟ ਕਰ ਸਕਦੇ ਹੋ ਜਿਸ ਦੇ ਨਾਲ ਤੁਹਾਡੇ ਐਟ ਲੀਸਟ 80 ਤੋਂ ਲੈ ਕੇ 100 ਤੱਕ ਟਵਿਸਟਿੰਗ ਹੋ ਸਕਦੀ ਹੈ। ਇਸ ਦੇ ਨਾਲ ਨਾਲ ਤੁਹਾਡੇ ਆਰਮਸ ਦਾ ਵਰਕਆਊਟ ਹੋ ਗਿਆ ਹੈ, ਸਪਾਈਨਲ ਦੀ ਤੁਹਾਡੀ ਸਰਕੂਲੇਸ਼ਨ ਹੋ ਗਈ ਹੈ ਤੇ ਨਾਲ ਨਾਲ ਤੁਹਾਡੀ ਸਾਈਡਸ ਦਾ ਵੀ ਵਰਕਆਊਟ ਹੋ ਗਿਆ ਹੈ। ਕੀਪ ਡੂਇੰਗ ਇਟ ਡਾਇਨਾਮਿਕਲੀ। ਯੂ ਕੈਨ ਆਲਸੋ ਡੂ ਇਟ ਵਿਦ ਦ ਹੋਲਡਿੰਗ। ਤੁਸੀਂ ਇੱਕ ਸਾਈਡ ਤੇ ਲੈ ਕੇ ਗਏ, ਤੁਸੀਂ ਉਹਨੂੰ ਹੋਲਡ ਕਰਕੇ ਰੱਖਿਆ, ਨਾਰਮਲ ਬਰੀਦਿੰਗ ਕੀਤੀ, ਹੋਲਡਿੰਗ ਦੇ ਨਾਲ ਵੀ ਤੁਹਾਡਾ ਸੇਮ ਵਰਕਆਊਟ ਹੋ ਰਿਹਾ, ਤੁਹਾਨੂੰ ਸੇਮ ਇਫੈਕਟ ਆ ਰਿਹਾ ਹੈ। ਸਿਮਿਲਰਲੀ ਅਦਰ ਸਾਈਡ ਟਵਿਸਟਿੰਗ ਐਂਡ ਹੋਲਡਿੰਗ ਦੇਅਰ ਐਜ਼ ਵੈਲ, ਨਾਰਮਲ ਬਰੀਦਿੰਗ। ਤਾਂ ਤੁਸੀਂ ਸਮਝਿਆ ਕਿਵੇਂ ਅਸੀਂ ਡਾਇਨਾਮਿਕਲੀ ਮੂਵ ਕਰ ਰਹੇ ਹਾਂ ਤੇ ਕਿਵੇਂ ਆਪਾਂ ਸਟੈਟਿਕ ਉਹਨੂੰ ਹੋਲਡ ਵੀ ਕਰ ਰਹੇ ਹਾਂ। ਇਹ ਸੀ ਵਰਕਆਊਟ ਵਿਦ ਦ ਸਵਿਸ ਬਾਲ ਵੇਅਰ ਵੀ ਵਰ ਡੂਇੰਗ ਟਵਿਸਟਿੰਗ। ਸੋ ਇਹ ਸੀ ਸਾਡਾ ਅੱਜ ਦਾ ਫਿਟਨੈਸ ਵਰਕਆਊਟ ਵਿਦ ਦ ਸਵਿਸ ਬਾਲ ਜਿਹਦੇ ਨਾਲ ਆਪਾਂ ਵਰਕਆਊਟ ਨੂੰ ਨਾ ਹੀ ਸਿਰਫ ਇੰਟਰਸਟਿੰਗ ਬਣਾਇਆ ਹੈ ਬਲਕਿ ਰੈਗੂਲਰ ਬੋਰਡਮ ਨੂੰ ਵੀ ਦੂਰ ਕੀਤਾ ਹੈ। ਮੈਂ ਉਮੀਦ ਕਰਨੀ ਆ ਕਿ ਆਪਾਂ ਸਵਿਸ ਬਾਲ ਦੇ ਨਾਲ ਹੋਰ ਵੀ ਨਵੇਂ ਵਰਕਆਊਟ ਕਰਾਂਗੇ। ਅੱਜ ਦੇ ਲਈ ਇੰਨਾ ਹੀ। ਸਤਿ ਸ਼੍ਰੀ ਅਕਾਲ ਪੰਜਾਬ। ਤੁਸੀਂ ਦੇਖ ਹੀ ਲਿਆ ਕਿ ਸਵਿਸ ਬਾਲ ਦੇ ਨਾਲ ਕੀਤੀ ਗਈ ਐਕਸਰਸਾਈਜ਼ ਸਾਡੇ ਮਸਲਸ ਨੂੰ ਕਿੰਨਾ ਸਟਰੋਂਗ ਬਣਾ ਸਕਦੀ ਹੈ ਤੇ ਜੇ ਤੁਸੀਂ ਇਹਨੂੰ ਅਮਲ ਵਿੱਚ ਵੀ ਲਿਆਓਗੇ ਨਾ ਤਾਂ ਆਮ ਸ਼ੋਰ ਤੁਹਾਡੇ ਮਸਲਸ ਵੀ ਸਟਰੋਂਗ ਹੋ ਜਾਣਗੇ। ਸਤਿ ਸ਼੍ਰੀ ਅਕਾਲ ਪੰਜਾਬ, ਤੁਸੀਂ ਦੇਖ ਰਹੇ ਹੋ ਸਪਾਰਕ ਪੰਜਾਬੀ ਮਿਸ਼ਾ ਬਾਜਵਾ ਦੇ ਨਾਲ। ਗੱਲ ਚੱਲ ਰਹੀ ਸੀ ਫਿਟਨੈਸ ਦੀ। ਹਾਂਜੀ, ਮਿਊਜ਼ਿਕ ਵੀ ਨਾਲ ਨਾਲ ਚੱਲਦਾ ਹੈ ਪਰ ਫਿਟਨੈਸ ਦੀ ਗੱਲ ਤੇ ਵਾਪਸ ਆਨੇ ਆ ਕਿਉਂਕਿ ਹੁਣ ਵੇਲਾ ਹੋ ਗਿਆ ਤੁਹਾਡੇ ਨਾਲ ਤੁਹਾਡੇ ਸਲੈਬ ਗੈਸਟ ਜਿਹੜੇ ਫਿਟਨੈਸ ਟਿਪ ਸ਼ੇਅਰ ਕਰਦੇ ਨੇ ਉੱਥੇ ਤੁਹਾਨੂੰ ਲੈ ਕੇ ਜਾਣ ਦਾ। ਤੇ ਅੱਜ ਸਾਡੇ ਨਾਲ ਨੇ ਫੇਮਸ ਟੀਵੀ ਐਕਟਰ ਇਕਬਾਲ ਖਾਨ। ਦੇਖਦੇ ਹਾਂ ਕਿ ਉਹ ਆਪਣੀ ਫਿਟ ਫਟਾਕ ਬੋਡੀ ਨੂੰ ਕਿਸ ਤਰ੍ਹਾਂ ਮੇਨਟੇਨ ਕਰਦੇ ਨੇ। मेरा फिटनेस रिजीम बेसिकली खाने पे बहुत थोड़ा ध्यान देता हूँ मैं, बहुत ज़्यादा नहीं। लेकिन मेरा स्केड्यूल कुछ ऐसा है कि मैं जो भी टेलीविज़न का काम होता है वो दिन में 12 घंटा होता है, तो मैं अपना आई मेक श्योर कि मैं सुबह वर्कआउट करके निकलता हूँ। मैं आई एम मॉर्निंग पर्सन, तो मैं सुबह जल्दी उठ जाता हूँ, अपना जिम सुबह ही ख़त्म कर लेता हूँ और
मैं 5 से 6 दिन हफ्ते में वर्कआउट करता हूँ और सही खाता हूँ, सब कुछ खाता हूँ लेकिन लिमिट में खाता हूँ। और मैं सारे ऑडियंस को और सारे उन यंगस्टर्स को ये कहना चाहूँगा कि जब आप 6 पैक या बहुत ज़्यादा एडवांस बॉडीज़ देखते हैं टीवी पे, तो ये दिमाग में हमेशा आप रखिएगा कि वो लाइटिंग होती है, वो मेकअप होता है, वो सिर्फ उसी फेज़ के लिए होता है, एक स्पेशल डाइट होती है, वो उन एक्टर्स उन मॉडल्स के भी हमेशा बॉडी पे वैसी बॉडी नहीं रहती। और कभी कभी 6 पैक पाने के लिए पानी कम करना होता है, किसी को नमक कम करना पड़ता है, तो वो थोड़ा अनहेल्दी हो जाता है। तो एक बॉडी ऐसी होनी चाहिए कि आप दिखने में भी फिट लगे और आपको खुद अच्छा महसूस हो और आप वीक ना फील करें, वो होती है एक फिट बॉडी। तो 6 पैक ज़रूरी नहीं है कि हमेशा 6 पैक हो। 6 पैक और साइज 0 इज़ बैड। ਇਕਬਾਲ ਖਾਨ ਦੀ ਗੱਲ ਕਰਦਿਆਂ ਹੀ ਮੈਨੂੰ ਉਹਨਾਂ ਦਾ ਇੱਕ ਪੁਰਾਣਾ ਪਲੇਡ ਕੈਰੈਕਟਰ ਯਾਦ ਆਉਂਦਾ ਹੈ, ਜਦੋਂ ਅੰਗਦ ਦੇ ਨਾਮ ਨਾਲ ਇੱਕ ਟੀਵੀ ਸ਼ੋਅ ਕਰਦੇ ਸੀ ਜਿਹਦੇ 'ਚ ਉਹ ਪ੍ਰੋਟੈਗਨਿਸਟ ਪਲੇ ਕਰ ਰਹੇ ਸੀ। ਵੈਲ ਡਨ ਇਕਬਾਲ, ਤੁਸੀਂ ਆਪਣੇ ਆਪ ਨੂੰ ਬਹੁਤ ਮੇਨਟੇਨ ਕੀਤਾ ਹੋਇਆ ਹੈ ਹਲੇ ਵੀ। ਵਾਓ, ਦੈਟਸ ਆਸਮ ਟੂ ਸੀ। ਸਤਿ ਸ਼੍ਰੀ ਅਕਾਲ ਪੰਜਾਬ, ਤੁਸੀਂ ਦੇਖ ਰਹੇ ਹੋ ਸਪਾਰਕ ਪੰਜਾਬੀ ਮਿਸ਼ਾ ਬਾਜਵਾ ਦੇ ਨਾਲ। ਗੱਲ ਕਰਾਂਗੇ ਚਟਪਟੀਆਂ ਮਸਾਲੇਦਾਰ ਵਰਲਡ ਓਵਰ ਇਕੱਠੀਆਂ ਕੀਤੀਆਂ ਗਈਆਂ ਖਬਰਾਂ ਦੀ, ਵੀਅਰਡ ਖਬਰਾਂ, ਸਰਪ੍ਰਾਈਜ਼ ਕਰ ਦੇਣ ਵਾਲੀਆਂ ਖਬਰਾਂ ਦੀ। ਸਭ ਤੋਂ ਪਹਿਲਾਂ ਗੱਲ ਕਰਾਂਗੇ ਮਾਸਕੋ ਦੀ, ਜਿੱਥੇ ਇੱਕ ਰੇਲਵੇ ਸਟੇਸ਼ਨ ਤੇ ਇੱਕ ਅਜਿਹੀ ਮਸ਼ੀਨ ਸੈਟਅਪ ਕੀਤੀ ਗਈ ਹੈ ਜਿਸ ਦੇ ਸਾਹਮਣੇ 30 ਵਾਰ ਉੱਠਕ ਬੈਠਕ ਕਰਨ ਤੇ ਤੁਹਾਨੂੰ ਫ੍ਰੀ ਟਰੈਵਲ ਟਿਕਟ ਮਿਲ ਸਕਦੀ ਹੈ। ਹਾਂਜੀ, ਤੁਸੀਂ ਬਿਲਕੁਲ ਠੀਕ ਸੁਣਿਆ। ਜੇ ਕਿਤੇ ਇਹ ਮਸ਼ੀਨ ਪੰਜਾਬ ਵਿੱਚ ਲੱਗੀ ਹੁੰਦੀ ਤਾਂ ਸਾਡਾ ਸਾਰਾ ਯੂਥ ਜਿਹੜਾ ਹੈਗਾ ਨਾ, ਉਹਨਾਂ ਨੂੰ ਤੇ ਫ੍ਰੀ ਟਰੈਵਲ ਦਾ ਮੌਕਾ ਮਿਲ ਜਾਣਾ ਸੀ, ਕਿਉਂਕਿ 30 ਉੱਠਕ ਬੈਠਕਾਂ ਸਾਡੇ ਲਈ ਕਿਹੜੀ ਵੱਡੀ ਗੱਲ ਹੈ। ਅਸੀਂ ਘਿਓ ਖਾਦੇ ਹੋਏ ਨੇ, ਘਰ ਦੇ ਕੱਢੇ। ਸੋ ਆਮ ਸ਼ੋਰ ਕਿ ਸਾਡੇ ਪੰਜਾਬੀ ਮੁੰਡੇ ਤਾਂ ਸਾਰੇ ਫ੍ਰੀ ਚ ਟਰੈਵਲ ਕਰ ਰਹੇ ਹੁੰਦੇ। ਚਲੋ, ਸਾਡੇ ਪੰਜਾਬੀਆਂ ਲਈ ਤੇ ਕੋਈ ਔਖੀ ਗੱਲ ਨਹੀਂ ਸੀ, ਪਰ ਪਤਾ ਨਹੀਂ ਮਾਸਕੋ ਵਿੱਚ ਲੋਕੀ 30 ਉੱਠਕ ਬੈਠਕ ਲਗਾ ਸਕਣਗੇ ਜਾਂ ਨਹੀਂ। ਪਰ ਇਹ ਤਰੀਕਾ ਚੰਗਾ ਹੈ ਵੈਸੇ, ਆਪਣੇ ਸ਼ਹਿਰੀਆਂ ਨੂੰ, ਆਪਣੇ ਸ਼ਹਿਰ ਦੇ ਵਸਨੀਕਾਂ ਨੂੰ ਫਿੱਟ ਰੱਖਣ ਦੀ ਕੋਸ਼ਿਸ਼ ਹੈ ਜੀ ਇਹ ਸਰਕਾਰ ਦੀ, ਉਹਨਾਂ ਦੀ। ਸੋ ਇਟਸ ਅਮੇਜ਼ਿੰਗ। ਅਗਲੀ ਸ਼ੌਕਿੰਗ ਖਬਰ ਆ ਰਹੀ ਹੈ ਸ਼ਿਕਾਗੋ ਤੋਂ, ਜਿੱਥੇ ਸ਼ਰਮਨ ਨਾਮ ਦੀ ਇੱਕ 52 ਸਾਲਾ ਲੇਡੀ ਹੁਣ ਤੱਕ 35 ਸਾਲਾਂ ਵਿੱਚ ਲਗਭਗ 396 ਵਾਰੀ ਅਰੈਸਟ ਹੋ ਚੁੱਕੀ ਹੈ। ਕੈਨ ਯੂ ਬਿਲੀਵ ਦੈਟ? ਔਰ ਸ਼ਰਮਨ ਦਾ ਕਹਿਣਾ ਹੈ ਕਿ ਉਹ ਅਰੈਸਟ ਪਤਾ ਕਿਉਂ ਹੁੰਦੇ ਨੇ, ਕਿਉਂਕਿ ਉਹ ਦਾਰੂ ਪੀ ਲੈਂਦੇ ਨੇ, ਤੇ ਜਦੋਂ ਉਹ ਦਾਰੂ ਪੀ ਲੈਂਦੀ ਹੈ, ਜਦੋਂ ਉਹਨੂੰ ਚੜ ਜਾਂਦੀ ਹੈ ਤੇ ਫਿਰ ਉਹਦੇ ਤੋਂ ਗਲਤੀ ਹੋ ਜਾਂਦੀ ਹੈ ਤੇ ਉਹਨੂੰ ਪਤਾ ਨਹੀਂ ਲੱਗਦਾ। ਵੈਸੇ ਸ਼ਰਮਨ, ਮੈਂ ਕਹਾਂਗੀ ਕਿ ਤੁਹਾਡਾ ਨਾ ਜਿਹੜਾ ਸ਼ਰਾਬ ਤੇ ਕਸੂਰ ਕੱਢਣਾ ਨਾ, ਇਹ ਸਿਰਫ ਇੱਕ ਬਹਾਨਾ ਹੈ। ਐਕਚੁਅਲੀ ਸ਼ਾਇਦ ਨਾ ਤੁਹਾਨੂੰ ਜੇਲ੍ਹ ਦਾ ਖਾਣਾ ਸਵਾਦ ਲੱਗਣ ਲੱਗ ਗਿਆ ਹੈ, ਜਾਂ ਫਿਰ ਤੁਸੀਂ ਹੋਮਲੈਸ ਤੇ ਨਹੀਂ ਕਿਤੇ ਕਿ ਰਾਤ ਗੁਜ਼ਾਰਨ ਲਈ ਕੋਈ ਜਗ੍ਹਾ ਨਹੀਂ ਲੱਭੀ ਤੇ ਚਲੋ ਕੋਈ ਛੋਟਾ ਮੋਟਾ ਗੁਨਾਹ ਕਰਕੇ ਤੇ ਜੇਲ੍ਹ 'ਚ ਹੀ ਰਾਤ ਕੱਟ ਲਓ। ਐਸ਼ ਦੀ ਐਸ਼, ਖਾਣਾ ਬਣਾਇਆ ਮਿਲ ਜਾਣਾ ਤੇ ਮੌਜਾਂ ਹੀ ਮੌਜਾਂ ਹੋ ਜਾਣ। ਸਤਿ ਸ਼੍ਰੀ ਅਕਾਲ ਪੰਜਾਬ, ਤੁਸੀਂ ਦੇਖ ਰਹੇ ਹੋ ਸਪਾਰਕ ਪੰਜਾਬੀ ਮਿਸ਼ਾ ਬਾਜਵਾ ਦੇ ਨਾਲ। ਵਾਰੀ ਹੈ ਬਾਲੀਵੁੱਡ ਦੀਆਂ ਚੁਗਲੀਆਂ ਕਰਨ ਦੀ ਤੇ ਸ਼ੁਰੂਆਤ ਕਰਾਂਗੇ ਸੋਨਮ ਕਪੂਰ ਦੇ ਨਾਲ। ਅਸੀਂ ਸਾਰੇ ਜਾਣਦੇ ਹਾਂ ਕਿ ਸੋਨਮ ਕਪੂਰ ਆਪਣੇ ਸਟਾਈਲਿੰਗ ਲਈ, ਆਪਣੇ ਕੱਪੜਿਆਂ ਲਈ, ਆਪਣੇ ਫੈਸ਼ਨ ਸਟੇਟਮੈਂਟ ਲਈ ਹਮੇਸ਼ਾ ਤੋਂ ਖਬਰਾਂ ਵਿੱਚ ਬਣੇ ਰਹੇ ਨੇ। ਪਰ ਸਾਨੂੰ ਪਤਾ ਲੱਗਿਆ ਕਿ ਉਹਨਾਂ ਦਾ ਇੱਕ ਹੋਰ ਸ਼ੌਕ ਵੀ ਹੈ। ਹਾਂਜੀ, ਉਹ ਹੈ ਜੀ ਕਿਤਾਬਾਂ ਪੜ੍ਹਨਾ। ਤੇ ਇਹ ਪਤਾ ਚੱਲਿਆ ਕਿ ਉਹ ਆਪਣੀ ਅਗਲੀ ਫਿਲਮ ਲਈ ਬੀਕਾਨੇਰ ਵਿੱਚ ਸ਼ੂਟ ਕਰਨ ਜਾ ਰਹੇ ਸੀ ਤੇ ਆਪਣੇ ਨਾਲ ਉਹ ਲੈ ਕੇ ਗਏ ਨੇ 20 ਕਿਤਾਬਾਂ। ਪਤਾ ਚੱਲਿਆ ਕਿ ਉਹ ਕਿਤਾਬਾਂ ਪੜ੍ਹਨ ਦੇ ਬਹੁਤ ਸ਼ੌਕੀਨ ਨੇ। ਸੋਨਮ ਕਿਤੇ ਇਹਨਾਂ 'ਚ ਇੱਕ ਅੱਧੀ ਕਿਤਾਬ ਐਕਟਿੰਗ ਦੀ ਵੀ ਲੈ ਗਏ ਹੁੰਦੇ ਤੇ ਸ਼ਾਇਦ ਤੁਹਾਨੂੰ ਐਕਟਿੰਗ ਵੀ ਸਿੱਖਣ ਨੂੰ ਮਿਲ ਜਾਂਦੀ ਤੇ ਸਾਨੂੰ ਸਾਰਿਆਂ ਨੂੰ ਕੁਝ ਚੰਗੀ ਐਕਟਿੰਗ ਤੁਹਾਡੇ ਵੱਲੋਂ ਦੇਖਣ ਨੂੰ ਵੀ ਮਿਲ ਜਾਂਦੀ। ਚਲੋ ਆਪਾਂ ਵੱਧਦੇ ਹਾਂ ਅਗਲੀ ਖਬਰ ਵੱਲ। ਜਦ ਤੱਕ ਸੋਨਮ ਕਪੂਰ ਪੜ੍ਹਦੇ ਨੇ ਆਪਣੀਆਂ ਕਿਤਾਬਾਂ। ਆਸ਼ਿਕੀ ਫਿਲਮ ਤੇ ਤੁਹਾਨੂੰ ਯਾਦ ਹੀ ਹੋਵੇਗੀ, ਤੇ ਉਹ ਵੀ ਫਿਲਮ ਤੁਹਾਨੂੰ ਯਾਦ ਹੋਵੇਗੀ ਜਿਹਦੇ 'ਚ ਬੰਦਾ ਸ਼ੇਰ ਬਣ ਜਾਂਦਾ ਹੈ। ਹਾਂਜੀ, ਜਨੂਨ ਦੀ ਗੱਲ ਕਰ ਰਹੀ ਹਾਂ ਮੈਂ। ਤੁਹਾਨੂੰ ਫਿਲਮਾਂ ਤੇ ਯਾਦ ਨੇ, ਪਰ ਕੀ ਇਸ ਫਿਲਮ ਦਾ ਲੀਡ ਐਕਟਰ ਤੁਹਾਨੂੰ ਯਾਦ ਹੈ? ਹਾਂਜੀ, ਰਾਹੁਲ ਰॉय ਦੀ ਗੱਲ ਕਰ ਰਹੀ ਹਾਂ, ਜੋ ਕਿ ਇੱਕ ਸੀਜ਼ਨ ਬਿਗ ਬੌਸ ਦਾ ਵੀ ਜਿੱਤ ਚੁੱਕੇ ਨੇ। ਹੁਣ ਪਤਾ ਲੱਗਿਆ ਹੈ ਕਿ ਬਹੁਤ ਸਾਲ ਲੁਕ ਮਿਟ ਕੇ ਆਪਣੇ ਘਰ ਦੇ ਵਿੱਚ ਬੰਦ ਰਹਿ ਕੇ ਹੁਣ ਫਾਈਨਲੀ ਉਹਨਾਂ ਨੇ ਫੈਸਲਾ ਕੀਤਾ ਹੈ ਫਿਲਮਾਂ ਵਿੱਚ ਵਾਪਸੀ ਕਰਨ ਦਾ। ਤੇ ਉਹ ਫਿਲਮਾਂ ਵਿੱਚ ਵਾਪਸੀ ਕਰ ਰਹੇ ਨੇ ਇੱਕ ਸਾਈਕੋਲੋਜੀਕਲ ਥ੍ਰਿਲਰ ਟੂ ਬੀ ਔਰ ਨਾਟ ਟੂ ਬੀ ਦੇ ਨਾਲ। ਇਸ ਫਿਲਮ ਨੂੰ ਡਾਇਰੈਕਟ ਕਰਨ ਜਾ ਰਹੇ ਨੇ ਵਿਰੇਂਦਰ ਲਲਿਤ। ਵੈਸੇ ਵਿਰੇਂਦਰ, ਮੈਨੂੰ ਤੁਹਾਡਾ ਫਿਕਰ ਜ਼ਿਆਦਾ ਹੋ ਰਿਹਾ ਹੈ ਕਿ ਤੁਸੀਂ ਐਡਾ ਵੱਡਾ ਰਿਸਕ ਲੈ ਰਹੇ ਹੋ ਰਾਹੁਲ ਰॉय ਦੇ ਨਾਲ ਫਿਲਮ ਬਣਾਉਣ ਦਾ। ਕਿਤੇ ਇਹ ਨਾ ਹੋਏ ਕਿ ਇਹ ਸਾਈਕੋਲੋਜੀਕਲ ਥ੍ਰਿਲਰ ਤੁਹਾਡੇ ਲਈ ਕੋਈ ਸਾਈਕੋਲੋਜੀਕਲ ਧੱਕਾ ਸਾਬਿਤ ਹੋਵੇ।
ਸਤਿ ਸ਼੍ਰੀ ਅਕਾਲ ਪੰਜਾਬ, ਤੁਸੀਂ ਦੇਖ ਰਹੇ ਹੋ ਸਪਾਰਕ ਪੰਜਾਬੀ ਮਿਸ਼ਾ ਬਾਜਵਾ ਦੇ ਨਾਲ। ਹਾਂਜੀ, ਮੈਨੂੰ ਪਤਾ ਲੱਗ ਗਿਆ ਕਿ ਤੁਹਾਨੂੰ ਵੀ ਪਤਾ ਲੱਗ ਗਿਆ ਕਿ ਵਾਰੀ ਆ ਗਈ ਹੈ ਜੀ ਸਾਡੇ ਪ੍ਰੋਪਰ ਪਟੋਲਿਆਂ ਦੀ। ਵੈਲ, ਸਰਦੀਆਂ ਆ ਗਈਆਂ ਨੇ, ਤੁਸੀਂ ਦੇਖ ਲਿਆ ਮੈਂ ਤੇ ਅੱਜ ਸਵੈਟਰ ਪਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ। ਤੁਸੀਂ ਸਾਰੇ ਵੀ ਸਵੈਟਰਸ ਨੂੰ ਬਾਹਰ ਕੱਢ ਲਓ, ਧੁੱਪ ਲਵਾ ਲਓ ਤੇ ਪਾਣੀਆਂ ਸ਼ੁਰੂ ਕਰ ਦਿਓ। ਹਾਂਜੀ, ਸਭ ਤੋਂ ਵੱਡੀ ਜਿਹੜੀ ਚਿੰਤਾ ਕੱਪੜਿਆਂ ਤੋਂ ਬਾਅਦ ਸਾਨੂੰ ਐਕਸੈਸਰੀਜ਼ ਤੋਂ ਬਾਅਦ ਹੁੰਦੀ ਹੈ ਉਹ ਇਹ ਜੀ ਕਿ ਪੈਰਾਂ 'ਚ ਕੀ ਪਾਇਆ ਜਾਏ। ਸ਼ੂਜ਼ ਕੁਡ ਬੀ ਵੈਰੀ ਬੋਰਿੰਗ ਯੂ ਸੀ, ਐਂਡ ਚੱਪਲਾਂ ਪਾ ਕੇ ਗੁਜ਼ਾਰਾ ਨਹੀਂ ਹੋਣਾ ਕਿਉਂਕਿ ਖੁੱਲੇ ਸੈਂਡਲ ਖੁੱਲੇ ਚੱਪਲਾਂ ਨਾਲ ਠੰਡ ਲੱਗ ਸਕਦੀ ਹੈ ਪੈਰਾਂ ਤੋਂ। ਸੋ ਕੀ ਕੀਤਾ ਜਾਏ? ਸੋ ਅੱਜ ਦੇਖਦੇ ਹਾਂ ਕਿ ਸ਼ੂਜ਼ ਦੇ ਵਿੱਚ ਕੀ ਕੀ ਆਪਸ਼ਨਸ ਆ ਗਈਆਂ ਨੇ। ਬਹੁਤ ਸਾਰੀ ਵੈਰਾਈਟੀ ਮੌਜੂਦ ਹੈ, ਉਹਨੂੰ ਕਿੱਦਾਂ ਟੀਮ ਅਪ ਕੀਤਾ ਜਾਏ, ਆਪਣੀ ਵਿੰਟਰ ਸੈਂਸ ਦੇ ਨਾਲ ਕਿੱਦਾਂ ਮੈਚ ਕੀਤਾ ਜਾਏ ਤੇ ਕਿੱਦਾਂ ਬਣਿਆ ਜਾਏ ਪ੍ਰੋਪਰ ਪਟੋਲਾ। ਵਿੰਟਰਸ ਆਉਂਦੇ ਹੀ ਸਾਨੂੰ ਟੈਨਸ਼ਨ ਹੋ ਜਾਂਦੀ ਹੈ ਆਪਣੇ ਵਿੰਟਰ ਲੁੱਕਸ ਦੀ। ਬਹੁਤ ਸਾਰੇ ਕੱਪੜੇ ਪਾਉਣੇ ਪੈਂਦੇ ਨੇ ਕਿਉਂਕਿ ਠੰਡ ਤੋਂ ਬਚਣਾ ਜ਼ਰੂਰੀ ਹੈ ਤੇ ਸਮਾਰਟ ਦਿਖਣਾ ਵੀ। ਤੇ ਵਿੰਟਰਸ ਦੀ ਐਕਸੈਸਰੀਜ਼ ਜਿਵੇਂ ਹੈਟਸ, ਸਕਾਰਫਸ ਤੇ ਗਲਵਸ ਦੇ ਨਾਲ ਜਿਹੜੀ ਚੀਜ਼ ਸਾਡੀ ਲੁੱਕਸ ਨੂੰ ਸਟਾਈਲਿਸ਼ ਬਣਾਉਂਦੀ ਹੈ ਉਹ ਹੈ ਜੀ ਵਿੰਟਰ ਸ਼ੂਜ਼। ਹੁਣ ਪ੍ਰੋਬਲਮ ਹੈ ਵਿੰਟਰ ਸ਼ੂਜ਼ ਖਰੀਦਣ ਦੀ। ਜਦ ਘਰੋਂ ਤੁਸੀਂ ਨਿਕਲਦੇ ਹੋ ਸਮਾਰਟ ਪੇਅਰ ਆਫ ਸ਼ੂਜ਼ ਲੈਣ, ਉਦੋਂ ਮਾਰਕੀਟ ਵਿੱਚ ਆਪਸ਼ਨ ਵੇਖ ਕੇ ਤੁਸੀਂ ਹੋ ਜਾਂਦੇ ਹੋ ਕਨਫਿਊਜ਼। ਇਸ ਕਰਕੇ ਤੁਹਾਡੀ ਹੈਲਪ ਲਈ ਅਸੀਂ ਲੈ ਕੇ ਆਏ ਹਾਂ ਅਮੇਜ਼ਿੰਗ ਵਿੰਟਰ ਬੂਟਸ। ਵਿਦ ਥੀਸ ਆਪਸ਼ਨਸ ਯੂ ਡੋਂਟ ਹੈਵ ਟੂ ਚੂਜ਼ ਬਿਟਵੀਨ ਕੀਪਿੰਗ ਵਾਰਮ ਐਂਡ ਲੁਕਿੰਗ ਗ੍ਰੇਟ। ਇਸ ਸੀਜ਼ਨ ਤੁਹਾਡੇ ਵਾਰਡਰੋਬ ਤੇ ਤੁਹਾਡੇ ਮੂਡ ਦੇ ਨਾਲ ਮੈਚ ਕਰਨ ਲਈ ਸਾਡੇ ਕੋਲ ਹੈ ਜੀ ਐਂਕਲ ਬੂਟਸ, ਥਾਈ ਹਾਈ ਬੂਟਸ, ਫਲੈਟ ਬੂਟਸ ਤੇ ਫਰ ਬੂਟਸ। ਤੇ ਇਹ ਸਾਰੇ ਸਟਾਈਲਸ ਪੂਰਾ ਦਿਨ ਪਾ ਕੇ ਰੱਖਣ ਲਈ ਵੀ ਕਾਫੀ ਕੰਫਰਟੇਬਲ ਨੇ। ਲੈਟਸ ਹੈਵ ਅ ਲੁੱਕ। ਐਂਕਲ ਬੂਟਸ ਕਾਫੀ ਫੈਸ਼ਨੇਬਲ ਹੈ ਤੇ ਤੁਹਾਡੇ ਪੈਰਾਂ ਨੂੰ ਕਾਫੀ ਵਾਰਮ ਵੀ ਰੱਖਦੇ ਨੇ। ਸਕਿਨੀ ਜੀਨਸ ਤੋਂ ਲੈ ਕੇ ਟਾਈਟ ਡਰੈਸ ਤੱਕ ਸਭ ਦੇ ਨਾਲ ਐਂਕਲ ਬੂਟਸ ਮੇਕ ਅ ਗੁੱਡ ਚੋਇਸ। ਥਾਈ ਹਾਈ ਬੂਟਸ ਜ਼ਿਆਦਾਤਰ ਤੁਹਾਨੂੰ ਲੈਦਰ ਸਟਫ ਵਿੱਚ ਹੀ ਮਿਲਣਗੇ। ਹਾਈ ਹੀਲਸ ਤੋਂ ਲੈ ਕੇ ਲੋ ਹੀਲਸ ਦੋਨੋਂ ਹੀ ਸਟਾਈਲ ਥਾਈ ਬੂਟਸ ਨਾਲ ਔਸਮ ਲੁੱਕ ਦਿੰਦੇ ਨੇ। ਇਹ ਪਾਉਣ ਵਿੱਚ ਵੀ ਆਸਾਨ ਨੇ ਤੇ ਲੌਂਗ ਲੈਗ ਚੇਕਸ ਲਈ ਇੱਕਦਮ ਐਪਟ ਆਪਸ਼ਨ ਹੈ। ਕੰਫਰਟੇਬਲ ਵੀਅਰ ਲਈ ਗਰਲਸ ਅੱਜਕੱਲ ਫਲੈਟ ਬੂਟਸ ਪ੍ਰੈਫਰ ਕਰਦੀਆਂ ਨੇ। ਫਲੈਟ ਬੂਟਸ ਸਟਾਈਲਿਸ਼ ਲੱਗਦੇ ਨੇ ਤੇ ਕਿਸੇ ਵੀ ਆਊਟਫਿਟ ਦੇ ਨਾਲ ਸੂਟ ਕਰ ਜਾਂਦੇ ਨੇ। ਫਰ ਬੂਟਸ ਹਰ ਏਜ ਗਰੁੱਪ ਦੀ ਔਮਨ ਨੂੰ ਫੈਸ਼ਨੇਬਲ ਬਣਾਉਂਦੇ ਨੇ। ਕੰਫਰਟੇਬਲ, ਐਲੀਗੈਂਟ ਤੇ ਸਟਾਈਲਿਸ਼ ਲੁੱਕਸ ਦਿੰਦੇ ਨੇ ਤੇ ਸਭ ਤੋਂ ਵੱਡੀ ਗੱਲ, ਫਰ ਬੂਟਸ ਬਿਟਰ ਕੋਲਡ ਵਿੱਚ ਤੁਹਾਨੂੰ ਪੂਰੀ ਤਰ੍ਹਾਂ ਕੋਜ਼ੀ ਰੱਖਦੇ ਨੇ। ਨਾਲੇ ਇਹਨਾਂ ਦੇ ਕਲਰਸ ਤੇ ਡਿਜ਼ਾਈਨਸ ਆਪਸ਼ਨਸ ਤੁਹਾਨੂੰ ਕਾਫੀ ਪਲੇਫੁਲ ਅਪੀਅਰੈਂਸ ਵੀ ਦਿੰਦੇ ਨੇ। ਲਓ ਜੀ, ਇਸ ਫ੍ਰਿਜਿਡ ਮੌਸਮ ਵਿੱਚ ਟੈਂਪਰੇਚਰ ਹੁਣ ਚਾਹੇ ਜਿੰਨਾ ਮਰਜ਼ੀ ਡਿੱਗ ਜਾਵੇ, ਤੁਹਾਡੇ ਪੈਰਾਂ ਨੂੰ ਵਾਰਮਥ ਮਿਲਦੀ ਰਹੇਗੀ ਤੇ ਤੁਹਾਡੇ ਪੈਰ ਰਹਿਣਗੇ ਆਲਵੇਜ਼ ਅਵੇ ਫਰਮ ਚਿਲ ਬਿਲਸ ਵਾਈਲ ਸਟਿਲ ਮੇਨਟੇਨਿੰਗ ਅ ਗ੍ਰੇਟ ਸੈਂਸ ਆਫ ਸਟਾਈਲ। ਹਾਂਜੀ, ਸਮਝ ਗਏ ਨਾ ਤੁਸੀਂ? ਵੈਸੇ ਕਹਿੰਦੇ ਨੇ ਕਿ ਬੰਦੇ ਦੀ ਪਰਸਨੈਲਿਟੀ, ਬੰਦੇ ਦੀ ਕੀ ਫॉर दैट ਮੈਟਰ ਇਵਨ ਅ ਵੂਮਨ ਸ਼ੁੱਡ ਥਿੰਕ ਅਬਾਊਟ ਇਟ। ਸਾਡੀ ਪਰਸਨੈਲਿਟੀ ਜਿਹੜੀ ਹੈ ਨਾ ਉਹ ਜੱਜ ਕਰ ਸਕਦਾ ਹੈ ਦੂਜਾ ਬੰਦਾ ਸਾਡੇ ਫੁੱਟਵੇਅਰ ਨੂੰ ਦੇਖ ਕੇ। ਸੋ ਸਾਡੇ ਸ਼ੂਜ਼ ਨੂੰ ਵੀ ਸਾਨੂੰ ਬੜਾ ਕੇਅਰਫੁਲੀ ਸਿਲੈਕਟ ਕਰਨਾ ਚਾਹੀਦਾ ਜੋ ਕਿ ਫੰਕਸ਼ਨਲ ਵੀ ਹੋਣ, ਟ੍ਰੈਂਡੀ ਵੀ ਹੋਣ ਤੇ ਸਾਡੇ ਬਾਰੇ ਚ ਕਲੀਅਰ ਮੈਸੇਜ ਦੇ ਰਹੇ ਹੋਣ ਸਾਡੀ ਪਰਸਨੈਲਿਟੀ ਦੇ ਬਾਰੇ ਵਿੱਚ। ਸਤਿ ਸ਼੍ਰੀ ਅਕਾਲ ਪੰਜਾਬ, ਤੁਸੀਂ ਦੇਖ ਰਹੇ ਹੋ ਸਪਾਰਕ ਪੰਜਾਬੀ ਮਿਸ਼ਾ ਬਾਜਵਾ ਦੇ ਨਾਲ। ਤੇ ਹੁਣ ਗੱਲ ਕਰਾਂਗੇ ਤੁਹਾਡੀ ਰਿਲੇਸ਼ਨਸ਼ਿਪ ਦੇ ਪ੍ਰੋਬਲਮ ਰਿਲੇਟਡ ਤੇ ਕਰਾਂਗੇ ਕੋਸ਼ਿਸ਼ ਉਸ ਪ੍ਰੋਬਲਮ ਨੂੰ ਤੁਹਾਡੀ ਜ਼ਿੰਦਗੀ ਤੋਂ ਦੂਰ ਕਰਨ ਦੀ। ਤੇ ਅੱਜ ਦੇਖਦੇ ਹਾਂ ਕਿ ਸਾਨੂੰ ਸਾਡੇ ਫੇਸਬੁੱਕ ਤੇ ਕਿੰਨੇ ਇਨਬਾਕਸ ਕੀਤਾ ਹੈ। ਸਾਨੂੰ ਮੈਸੇਜ ਆਇਆ ਜੀ ਸੁਖਦੇਵ ਦਾ ਬਠਿੰਡੇ ਤੋਂ। ਉਹ ਦੱਸਦੇ ਨੇ ਕਿ ਉਹ ਹੈਪੀਲੀ ਮੈਰਿਡ ਨੇ ਪਰ ਉਹਨਾਂ ਦੀ ਇੱਕ ਛੋਟੀ ਜੀ ਸਮੱਸਿਆ ਹੈ ਆਪਣੀ ਮੈਰਿਜ ਦੇ ਬਾਰੇ ਚ, ਵਾਈਫ ਨੂੰ ਲੈ ਕੇ। ਉਹ ਕਹਿੰਦੇ ਨੇ ਕਿ ਉਹ ਜ਼ਰੂਰਤ ਤੋਂ ਜ਼ਿਆਦਾ ਪੋਜ਼ੈਸਿਵ ਹੋ ਜਾਂਦੇ ਨੇ ਕਦੀ-ਕਦੀ, ਜਿਸ ਕਰਕੇ ਉਹ ਕਈ ਸਿਚੁਏਸ਼ਨਸ ਵਿੱਚ ਓਵਰ ਰਿਐਕਟ ਕਰ ਜਾਂਦੇ ਨੇ। ਵੈਲ ਸੁਖਦੇਵ ਜੀ, ਤੁਹਾਡੀ ਇਸ ਪ੍ਰੋਬਲਮ ਤੋਂ ਤੁਹਾਡਾ ਆਪਣੀ ਵਾਈਫ ਲਈ ਪਿਆਰ ਤਾਂ ਜ਼ਰੂਰ ਝਲਕ ਰਿਹਾ ਹੈ, ਬਟ ਯੈਸ ਪ੍ਰੋਬਲਮ ਤਾਂ ਹੈ। ਵੈਲ, ਤੁਸੀਂ ਇਸ ਪ੍ਰੋਬਲਮ ਨੂੰ ਆਪਣੀ ਲਾਈਫ ਤੋਂ ਦੂਰ ਕਰਨਾ ਚਾਹੁੰਦੇ ਹੋ ਤੇ ਮੈਂ ਤੁਹਾਨੂੰ ਇਹੀ ਸਲਾਹ ਦੇਵਾਂਗੀ ਕਿ ਪਿਆਰ ਦੇ ਵਿੱਚ ਤੁਸੀਂ ਕੌਨਫੀਡੈਂਸ ਇੱਕ ਦੂਜੇ ਤੇ ਲਿਆਉਣਾ ਹੁੰਦਾ ਹੈ, ਫੇਥ ਰੱਖਣਾ ਹੁੰਦਾ ਹੈ, ਟਰਸਟ ਲਿਆਉਣਾ ਹੁੰਦਾ ਹੈ। ਸੋ ਜਦ ਵੀ ਤੁਹਾਨੂੰ ਇਨਸਿਕਿਉਰਿਟੀ ਫੀਲ ਹੋਵੇ, ਓਵਰ ਪੋਜ਼ੈਸਿਵਨੈਸ ਆਵੇ, ਤਾਂ ਤੁਸੀਂ ਆਪਣੇ ਆਪ ਨੂੰ ਰੀਅਸ਼ੋਰ ਕਰੋ ਵਿਦਆਊਟ ਲੈਟਿੰਗ ਯੋਰ ਵਾਈਫ ਨੋ ਅਬਾਊਟ ਇਟ, ਬਿਕੋਜ਼ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਨਾ ਲੱਗਣਾ ਸ਼ੁਰੂ ਹੋ ਜਾਏ ਕਿ ਮਾਈ ਹਸਬੈਂਡ ਡਜ਼ਨਟ ਟਰਸਟ ਮੀ ਐਟ ਆਲ। ਕਿਉਂਕਿ ਇਸ ਰਿਲੇਸ਼ਨਸ਼ਿਪ ਦੀ, ਇਸ ਖੂਬਸੂਰਤ ਰਿਲੇਸ਼ਨਸ਼ਿਪ ਦੀ ਜਿਹੜੀ ਮੇਜਰ ਫਾਊਂਡੇਸ਼ਨ ਹੁੰਦੀ ਹੈ ਉਹ ਹੁੰਦੀ ਹੈ ਟਰਸਟ। ਤੇ ਤੁਸੀਂ ਆਪਣੀ ਵਾਈਫ ਤੇ ਕੌਨਫੀਡੈਂਸ ਰੱਖੋ, ਆਪਣੇ ਦਿਲ ਨੂੰ ਵਾਰ-ਵਾਰ ਸਮਝਾਓ ਕਿ ਇਫ she is yours, she will forever be your, and you have to just guide her in the correct direction। and ਤੁਸੀਂ ਉਹਨਾਂ ਨਾਲ ਬੈਠ ਕੇ ਵੀ ਇਸ ਬਾਰੇ ਗੱਲ ਕਰ ਸਕਦੇ ਹੋ ਕਿ ਕਦੀ-ਕਦੀ ਜੇ ਮੈਂ ਓਵਰ ਰਿਐਕਟ ਕਰ ਜਾਂ ਤੇ ਮੇਰੇ ਉਸ ਸਿਚੁਏਸ਼ਨ ਨੂੰ ਸਮਝਣ ਦੀ ਕੋਸ਼ਿਸ਼ ਕਰੀ ਤੇ ਮੈਨੂੰ ਮਾਈਂਡ ਨਾ ਕਰੀ। ਤੇ ਹੌਲੀ-ਹੌਲੀ ਤੁਸੀਂ ਆਪਣੀ ਇਸ ਆਦਤ ਤੇ ਕੰਟਰੋਲ ਪਾਉਣਾ ਸ਼ੁਰੂ ਕਰੋ ਕਿਉਂਕਿ ਤੁਹਾਡੀ ਵਾਈਫ ਨੂੰ ਤੁਹਾਡੇ ਪਿਆਰ ਦੀ ਜ਼ਰੂਰਤ ਹੈ। ਓਵਰ ਪੋਜ਼ੈਸਿਵਨੈਸ ਕਦੀ-ਕਦੀ ਬੰਦੇ ਦੇ ਦਿਲ ਵਿੱਚ ਮੁਟਾਵ ਪੈਦਾ ਕਰ ਦਿੰਦੀ ਹੈ, ਮਨ ਮੁਟਾਵ ਪੈਦਾ ਹੋ ਜਾਂਦਾ ਹੈ ਤੇ ਦੂਰੀਆਂ ਵਧਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸੋ ਯੂ ਜਸਟ ਲੈਟ yourself be cool and comfortable and confident about your relationship and let your wife be happy and pleasant around you। Wish you all the luck for your future and I hope ਕਿ ਸਾਡਾ suggestion
ਤੁਹਾਡੇ ਕੰਮ ਵੀ ਆਵੇਗਾ। ਵੈਲ ਜੇ ਤੁਹਾਡੀ ਰਿਲੇਸ਼ਨਸ਼ਿਪ ਵਿੱਚ ਵੀ ਕੋਈ ਉਲਝਣ ਹੈ ਜਿਹਨੂੰ ਅਸੀਂ ਸੁਲਝਾ ਸਕਦੇ ਹਾਂ ਤਾਂ ਬਿਲਕੁਲ ਬੇਝਿਜਕ ਹੋ ਕੇ ਤੁਸੀਂ ਸਾਨੂੰ ਲਿਖ ਸਕਦੇ ਹੋ ਔਨ facebook.com/sparkpunjabi ਤੇ we'll be waiting for that। ਬ੍ਰੇਕ ਤੋਂ ਬਾਅਦ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਔਨ ਸਤਿ ਸ਼੍ਰੀ ਅਕਾਲ ਪੰਜਾਬ। ਮੈਂ ਹਾਂ ਮਿਸ਼ਾ ਬਾਜਵਾ ਤੇ ਹੁਣ ਆਪਾਂ ਗੱਲ ਕਰਾਂਗੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੀ ਹਲਚਲ ਦੀ ਤੇ ਸ਼ੁਰੂਆਤ ਕਰਦੇ ਹਾਂ ਚੰਡੀਗੜ੍ਹ ਤੋਂ। ਚੰਡੀਗੜ੍ਹ ਦੇ ਵਿੱਚ ਸੁਣੋ ਕੀ ਹੋਣ ਜਾ ਰਿਹਾ ਹੈ। ਇੰਡੀਅਨ ਸਿਨੇਮਾ ਦਾ ਇਹ 100ਵਾਂ ਸਾਲ ਹੈ ਤੇ ਇਸ ਸਾਲ ਨੂੰ ਹੀ ਡੈਡੀਕੇਟ ਕਰਦੇ ਹੋਏ ਇਸ ਸਾਲ ਚੰਡੀਗੜ੍ਹ ਦਾ ਕਾਰਨੀਵਲ ਮਨਾਇਆ ਜਾ ਰਿਹਾ ਹੈ ਜੋ ਕਿ ਸ਼ੁਰੂ ਹੋਵੇਗਾ 22 ਨਵੰਬਰ ਨੂੰ। ਇਸ ਕਾਰਨੀਵਲ ਤੇ ਸਜਾਵਟ ਲਈ ਖਾਸ ਤੌਰ ਤੇ ਫਿਲਮੀ ਸਟਾਰਸ ਦੇ ਪੋਸਟਰਸ ਬਣਾਏ ਜਾ ਰਹੇ ਨੇ ਜਿਨ੍ਹਾਂ ਨੂੰ ਬਣਾਉਣ ਲਈ 3 ਸਪੈਸ਼ਲ ਆਰਟਿਸਟ ਦਿੱਲੀ ਤੋਂ ਚੰਡੀਗੜ੍ਹ ਬੁਲਾਏ ਗਏ ਨੇ। ਸੋ ਚੰਡੀਗੜ੍ਹ ਵਾਲਿਓ ਫਿਰ ਇਸ ਵੀਕਐਂਡ ਫੁੱਲ ਆਫ ਫਨ ਤੇ ਫਿਲਮੀ ਮਸਤੀ ਲਈ ਤਿਆਰ ਹੋ ਜਾਓ। ਲਓ ਜੀ ਆ ਗਈ ਹੈ ਸ਼ਾਹੀ ਸ਼ਹਿਰ ਪਟਿਆਲੇ ਦੀ ਵਾਰੀ ਤੇ ਆਰਜੇ ਮੰਨਤ ਬਿਗ ਐਫਐਮ ਆਰਜੇ ਮੰਨਤ ਸਾਨੂੰ ਆਪਣੀ ਸ਼ਹਿਰ ਦੀ ਹਲਚਲ ਸੁਣਾਉਣ ਲਈ ਬੇਕਰਾਰ ਲੱਗਦੇ ਨੇ। ਸਤਿ ਸ਼੍ਰੀ ਅਕਾਲ ਮੰਨਤ, ਕੀ ਖਬਰ ਹੈ ਤੁਹਾਡੇ ਕੋਲ ਅੱਜ? ਸਤਿ ਸ਼੍ਰੀ ਅਕਾਲ ਮਿਸ਼ਾ, ਐਂਡ ਇਟਸ ਐਕਚੁਅਲੀ ਅ ਵੈਰੀ ਗੁੱਡ ਮਾਰਨਿੰਗ ਕਿਉਂਕਿ ਸਾਡੇ ਪਟਿਆਲੇ ਦੇ ਰਜਿੰਦਰਾ ਹਸਪੀਟਲ ਦੇ ਡਿਪਟੀ ਮੈਡੀਕਲ ਸੁਪਰਿੰਟੈਂਡੈਂਟ ਡਾਕਟਰ ਹਰਸ਼ਿੰਦਰ ਕੌਰ ਜੋ ਇੰਟਰਨੈਸ਼ਨਲ ਲੈਵਲ ਤੇ ਜਾਣੇ ਜਾਂਦੇ ਨੇ ਫੀਮੇਲ ਫਿਟਿਸਾਈਡ ਦੇ ਖਿਲਾਫ ਆਵਾਜ਼ ਨੂੰ ਬੁਲੰਦ ਕਰਨ ਦੇ ਲਈ ਹੁਣ ਲਾਹੌਰ ਪਾਕਿਸਤਾਨ ਦੀ ਮੰਥਲੀ ਪਬਲਿਕੇਸ਼ਨ ਪੰਜਾਬਨ ਦੇ ਐਡਵਾਈਜ਼ਰ ਐਂਡ ਇੰਟਰਨੈਸ਼ਨਲ ਐਡੀਟਰ ਦੇ ਤੌਰ ਤੇ ਸਿਲੈਕਟ ਕੀਤੇ ਗਏ ਨੇ ਜਿਸ ਵਿੱਚ ਦੋਨਾਂ ਸਾਈਡਸ ਤੇ ਪੰਜਾਬ ਦੇ ਵਿੱਚ ਲੇਡੀਜ਼ ਦੀ ਕੰਡੀਸ਼ਨ ਐਂਡ ਪ੍ਰੋਬਲਮਸ ਨੂੰ ਬਿਆਨ ਕੀਤਾ ਜਾਏਗਾ। ਇਹ ਆਫ ਕੋਰਸ ਨਾ ਸਿਰਫ ਉਹਨਾਂ ਦੇ ਲਈ ਇਨਫੈਕਟ ਸਾਡੇ ਪਟਿਆਲਾ ਲਈ ਵੀ ਬਹੁਤ ਮਾਣ ਦੀ ਗੱਲ ਹੈ। Absolutely, cause she is doing so much for us girls and especially this problem of feticide. Well, RJ Manna ਤੁਸੀਂ ਦਿਲ ਖੁਸ਼ ਕਰਤਾ ਹੈ ਖਬਰ ਸੁਣਾ ਕੇ। ਮੈਂ ਕਿਹਾ ਜੀ ਸਤਿ ਸ਼੍ਰੀ ਅਕਾਲ, ਮਿਸ਼ਾ ਬਾਜਵਾ ਦੇ ਨਾਲ ਹੋ ਤੁਸੀਂ ਤੇ ਆਪਾਂ ਸੁਣ ਰਹੇ ਹਾਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੀ ਹਲਚਲ ਬਿਗ ਐਫਐਮ ਆਰਜੇਸ ਦੇ ਨਾਲ। ਤੇ ਹੁਣ ਵਾਰੀ ਹੈ ਸ਼ਹਿਰ ਅੰਮ੍ਰਿਤਸਰ ਜਾਣ ਦੀ ਜਿੱਥੇ ਬਿਗ ਐਫਐਮ ਆਰਜੇ ਸਿਮਰਨ ਸਾਡੇ ਨਾਲ ਜੁੜੇ ਹੋਏ ਨੇ। ਹਾਂਜੀ ਸਿਮਰਨ, ਕੀ ਖਬਰ ਹੈ ਅੱਜ ਅੰਮ੍ਰਿਤਸਰ ਸ਼ਹਿਰ ਦੀ? ਸਤਿ ਸ਼੍ਰੀ ਅਕਾਲ ਜੀ ਮਿਸ਼ਾ, ਗੁੱਡ ਮਾਰਨਿੰਗ, ਕੀ ਹਾਲ ਚਾਲ ਨੇ ਤੁਹਾਡੇ? ਵੈਸੇ ਗੁਰੂ ਕੀ ਨਗਰੀ ਦੇ ਵਿੱਚ ਕੁਝ ਨਾ ਕੁਝ ਨਵਾਂ ਚੱਲਦਾ ਰਹਿੰਦਾ। ਹੁਣ ਇੱਕ ਹੋਰ ਤਿਆਰੀ ਹੋ ਰਹੀ ਹੈ ਆਪਣੇ ਸ਼ਹਿਰ ਦੇ ਵਿੱਚ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕਬੱਡੀ ਵਰਲਡ ਕੱਪ ਪਿਛਲੇ ਸਾਲ ਦੇ ਵਾਂਗ ਇਸ ਸਾਲ ਵੀ ਹੋਣ ਵਾਲਾ ਹੈ ਤੇ ਇਸ ਦੇ ਮੈਚਸ ਦੀ ਸ਼ੁਰੂਆਤ ਅੰਮ੍ਰਿਤਸਰ ਸ਼ਹਿਰ ਦੇ ਵਿੱਚ 10th of December ਨੂੰ ਹੋ ਰਹੀ ਹੈ ਸ਼ਾਮੀ 5 ਵਜੇ ਤੋਂ। ਵਾਓ ਯਾਰ, ਬੜਾ ਹੀ ਮਜ਼ਾ ਆਉਣ ਵਾਲਾ ਹੈ। ਸੀਰੀਅਸਲੀ ਮੈਂ ਤਾਂ ਵੇਟ ਕਰ ਰਹੀ ਹਾਂ ਕਿਉਂਕਿ ਕਬੱਡੀ ਅਸੀਂ ਸਕੂਲ ਦੇ ਵਿੱਚ ਖੇਡਿਆ ਕਰਦੇ ਸੀਗੇ, ਹੁਣ ਵੇਖਣ ਦਾ ਵੀ ਮੌਕਾ ਮਿਲੇਗਾ। ਤੇ ਜਿਵੇਂ ਪਿਛਲੇ ਸਾਲ ਦੇ ਵਰਲਡ ਕੱਪ ਦੇ ਵਿੱਚ ਅਕਸ਼ੇ ਕੁਮਾਰ ਤੇ ਕੈਟਰੀਨਾ ਕੈਫ ਨੇ ਪਰਫਾਰਮ ਕੀਤਾ ਸੀ, ਇਸ ਸਾਲ ਬਠਿੰਡਾ ਦੇ ਵਿੱਚ ਸਾਡੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਪਰਫਾਰਮ ਕਰਨ ਵਾਲੀ ਹੈ ਕਬੱਡੀ ਵਰਲਡ ਕੱਪ ਦੇ ਵਿੱਚ। ਸੋ ਆਮ ਰੀਅਲੀ ਲੁਕਿੰਗ ਫਾਰਵਰਡ ਟੂ ਦਿਸ ਈਅਰਸ ਕਬੱਡੀ ਵਰਲਡ ਕੱਪ। ਵੈਲ ਸਿਮਰਨ, ਮੈਨੂੰ ਲੱਗਦਾ ਹੈ ਅੰਮ੍ਰਿਤਸਰ ਸ਼ਹਿਰ ਵਾਲਿਆਂ ਨੇ ਤੇ ਹੁਣ ਤੋਂ ਹੀ ਕਬੱਡੀ ਸ਼ੁਰੂ ਕਰ ਦੇਣੀ ਹੈ। ਆਪਣੇ ਫੇਵਰਿਟ ਚੈਨਲ ਸਪਾਰਕ ਪੰਜਾਬੀ ਤੇ ਤੁਸੀਂ ਦੇਖ ਰਹੇ ਹੋ ਸਤਿ ਸ਼੍ਰੀ ਅਕਾਲ ਪੰਜਾਬ ਵਿਦ ਮੀ ਮਿਸ਼ਾ ਬਾਜਵਾ। ਆਪਾਂ ਚੱਲਣਾ ਹੈ ਸ਼ਹਿਰ ਜਲੰਧਰ ਜਿੱਥੇ ਬਿਗ ਐਫਐਮ ਆਰਜੇ ਪ੍ਰਿਯੰਕਾ ਸਾਡਾ ਇੰਤਜ਼ਾਰ ਕਰ ਰਹੇ ਨੇ ਆਪਣੇ ਸ਼ਹਿਰ ਦੀਆਂ ਸਰਗਰਮੀਆਂ ਦੇ ਨਾਲ। ਹਾਂਜੀ ਪ੍ਰਿਯੰਕਾ, ਕੀ ਖਬਰ ਹੈ ਅੱਜ ਦੀ? ਹਾਈ ਮਿਸ਼ਾ, ਸਤਿ ਸ਼੍ਰੀ ਅਕਾਲ ਜੀ ਬਈ, ਗੁੱਡ ਮਾਰਨਿੰਗ। ਜਲੰਧਰ ਸ਼ਹਿਰ ਦੇ ਵਿੱਚ ਬਈ ਇੱਕ ਖਾਸ ਖਬਰ ਆਈ ਹੈ ਸਾਹਮਣੇ। ਤੀਜਾ ਜੈਨ ਐਡਵਾਈਜ਼ਰ ਖੇਤੀ ਤੇ ਡੇਅਰੀ ਕਿਸਾਨ ਮੇਲਾ ਲੱਗਣ ਜਾ ਰਿਹਾ ਹੈ ਜਿਸ ਦੇ ਵਿੱਚ ਸਾਰੇ ਹੀ ਲੋਕਾਂ ਦੇ ਲਈ ਇੱਕ ਬਹੁਤ ਖਾਸ ਵੱਡਾ ਜਿਹਾ ਗਿਫਟ ਹੈਗਾ। ਇਹਨੂੰ ਵੱਡਾ ਗਿਫਟ ਇਹ ਹੈ ਕਿ 22 ਨਵੰਬਰ ਨੂੰ ਇਸ ਖੇਤੀ ਮੇਲਾ ਦੇ ਵਿੱਚ ਆ ਰਹੇ ਨੇ ਗੁਰਦਾਸ ਮਾਨ ਸਾਹਿਬ ਆਪਣਾ ਖੁੱਲਾ ਅਖਾੜਾ ਲਗਾਉਣ ਦੇ ਲਈ। ਇਸ ਦੇ ਵਿੱਚ ਬਹੁਤ ਸਾਰੇ ਪ੍ਰਾਈਜ਼ਸ ਹੋਣਗੇ। ਲੱਕੀ ਡਰਾ ਦੇ ਵਿੱਚ ਇੱਕ ਟਰੈਕਟਰ ਦਾ ਵੱਡਾ ਇਨਾਮ ਹੈ, ਉਸ ਤੋਂ ਇਲਾਵਾ ਬਹੁਤ ਸਾਰੇ ਸਟਾਲਸ ਨੇ, ਸਪਾਂਸਰਸ਼ਿਪ ਬੁਕਿੰਗ ਹੈ and there are lot to be for the Kisan people. All right, ਇਹ ਸੀ ਜਲੰਧਰ ਸ਼ਹਿਰ ਦਾ ਹਾਲ ਬਿਗ ਐਫਐਮ ਆਰਜੇ ਪ੍ਰਿਯੰਕਾ ਦੇ ਨਾਲ। ਸਤਿ ਸ਼੍ਰੀ ਅਕਾਲ ਪੰਜਾਬ, ਤੁਸੀਂ ਦੇਖ ਰਹੇ ਹੋ ਸਪਾਰਕ ਪੰਜਾਬੀ ਮਿਸ਼ਾ ਬਾਜਵਾ ਦੇ ਨਾਲ। ਹਾਂਜੀ, ਹੁਣ ਵਾਰੀ ਆ ਗਈ ਹੈ ਤੁਹਾਨੂੰ ਬੈਟਮੈਨ ਗੁਲਸ਼ਨ ਗਰੋਵਰ ਨਾਲ ਮਿਲਾਉਣ ਦੀ ਜੋ ਕਿ 29 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਫਿਲਮ ਬੁਲੇਟ ਰਾਜਾ ਵਿੱਚ ਬਜਾਜ ਸਾਹਿਬ ਦਾ ਰੋਲ ਨਿਭਾ ਰਹੇ ਨੇ। ਆਓ ਕਰਦੇ ਹਾਂ ਉਹਨਾਂ ਨਾਲ ਕੁਝ ਗੱਲਬਾਤ। ਬੜੀ ਗਰਮਾ ਗਰਮੀ ਨਜ਼ਰ ਆ ਰਹੀ ਹੈ ਤੁਹਾਡੇ ਪ੍ਰੋਮੋਸ ਦੇ ਵਿੱਚ ਤੇ ਇਹ ਜਾਨਣਾ ਚਾਹਾਂਗੇ ਕਿ ਕਿੰਨੀ ਕੁ ਗਰਮੀ ਪੈਦਾ ਕਰਨ ਵਾਲੇ ਹੋ ਇਸ ਫਿਲਮ ਦੇ ਨਾਲ ਇਹਨਾਂ ਸਰਦੀਆਂ ਦੇ ਵਿੱਚ ਤੁਸੀਂ। बुलेट राजा है, मैंने सुना, मैंने भी ट्रेलर में देखा, कहता फिरता है कि जब वो आएगा तो गर्मी बढ़ाएगा तभी तो बजाज साहब जागेंगे, देखेंगे कितनी गर्मी है। ऐसा कुछ बुलेट राजा और मेरे कैरेक्टर बजाज साहब के बीच में टकराव है, कॉन्फ्लिक्ट है जिसमें लगता है कि ये छोटा सा क्यों चल रहा है, क्या चाहता है। एंड कहानी लिखने वाले तिग्मांशु धूलिया ने कहानी में जो कॉन्फ्लिक्ट है, कहानी नॉर्मली आदमी प्रिडिक्ट कर देता है कि इस दिशा में कहानी जा रही है,
मुझे सबसे ज़्यादा इंटरेस्टिंग चीज़ लगी कि जिस मुकाम पर मेरा कैरेक्टर इस फिल्म में आता है, आपको लगता है कहानी इस दिशा में जा रही है, लेकिन मेरे और सैफ और जिमी के सामने के बाद कहानी किसी और दिशा में चल पड़ती है, किसी और दिशा में चल पड़ती है, कॉन्फ्लिक्ट कुछ और जगह चला जाता है और कुछ ऐसे हादसे हो जाते हैं जिसमें लड़ाई, टकराव, गर्मी बढ़ने लगती है। गुलशन जी, कुछ अपने रोल बारे भी दसो। खलनायक हूँ मैं, कोई पॉजिटिव क्वालिटी नहीं है मेरे अंदर, लेकिन वो खलनायक जो आज के समय में रेलेवेंट है, वो खलनायक जिसे आप कह सकते हैं कि हमने समाज में देखा है। येस, यू कैन सी पीपल लाइक दिस हु आर एक्सट्रीमली रिच, पावरफुल, ट्रेंडी, स्टाइलिश, फाउंड अ फीमेल कंपनी बट नॉट rapist or not debauch, but being truly someone that you see in today's world. लोग आपको प्यार से बैड मैन कह के बुलाते हैं, ये बताइए कि इस फिल्म विच तुसी कितना का बैड किरदार निभा रहे हो? बैड मैन कहते हैं लोग, हमें कोई एतराज़ नहीं है। हम तो ये कहते हैं कि खलनायकी में हम सबके बाप लगते हैं, इसीलिए तो जनता हमें बैड मैन कहती है। देखिए, ये दरिंदा टाइप की फिल्म नहीं है। ये फिल्म जो है ना, अभी जैसे सैफ का ही कैरेक्टर आप देख लीजिए, यूपी में इस प्रकार के नौजवान आपको देखने को मिलेंगे, आप उनको एनकाउंटर करेंगे, तो दरिंदगी जो है, जो समाज में है जिस तरह की, उस तरह की दरिंदगी दिखाई गई है। बैडमैन दे नाल गल्लां बातां दा सिलसिला इसे तरह चलदा रहेगा। वेलकम बैक टू स्पार्क पंजाबी। ਤੁਸੀਂ ਦੇਖ ਰਹੇ ਹੋ ਸਤਿ ਸ਼੍ਰੀ ਅਕਾਲ ਪੰਜਾਬ ਵਿਦ ਮੀ ਮਿਸ਼ਾ ਬਾਜਵਾ। ਆਪਾਂ ਗੱਲਬਾਤ ਕਰ ਰਹੇ ਸੀ ਬੈਡਮੈਨ ਆਫ ਦੀ ਇੰਡਸਟਰੀ ਗੁਲਸ਼ਨ ਗਰੋਵਰ ਦੇ ਨਾਲ। ਗੁਲਸ਼ਨ ਜੀ, ਗੱਲਾਂ ਦਾ ਸਿਲਸਿਲਾ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਕੰਟੀਨਿਊ ਕਰਦੇ ਹਾਂ ਤੇ ਤੁਹਾਡੇ ਤੋਂ ਇਹ ਜਾਨਣਾ ਚਾਹਾਂਗੇ ਕਿ ਤਿਗਮਾਂਸ਼ੂ ਧੂਲੀਆ ਬੜੀਆਂ ਅਨਯੂਜੂਅਲ ਫਿਲਮਾਂ ਬਣਾਉਂਦੇ ਨੇ, ਬੜੇ ਅਨਯੂਜੂਅਲ ਡਾਇਰੈਕਟਰ ਨੇ, ਤੇ ਤੁਹਾਨੂੰ ਉਹਨਾਂ ਦੀ ਐਸੀ ਕਿਹੜੀ ਚੀਜ਼ ਹੈ ਜਿਹੜੀ ਸਭ ਤੋਂ ਜ਼ਿਆਦਾ ਖਾਸ ਲੱਗਦੀ ਹੈ ਉਹਨਾਂ ਵਿੱਚ? तिग्मांशु आज के टाइम में इतना पसंद क्यों किया जा रहा है एज ए डायरेक्टर, उसके 3 रीज़न हैं। एक तो ये कि तिग्मांशु इज़ अ वेरी गुड राइटर। दूसरा, तिग्मांशु इज़ अ स्टूडेंट ऑफ सिनेमा। वो पिक्चरें देखते हैं, टाइम निकाल कर फिल्में देखते हैं, क्या हो रहा है फिल्मों में, क्या दर्शकों को पसंद आ रहा है। इसके साथ साथ जिन कलाकारों के साथ काम करते हैं उनकी खूब सारी फिल्में देखते हैं, कलाकार को इज्जत देते हैं, सम्मान देते हैं, उसकी अचीवमेंट्स को रिस्पेक्ट करते हैं। उसके साथ साथ उनके दिमाग में एक अलग खाका, एक अलग कैरेक्टर, एक अलग तरह से एक्टिंग कराने की चीज़ उनके दिमाग में ब्लूप्रिंट तैयार है। तो जिस डायरेक्टर के अंदर 3 एक्स्ट्रा ऑर्डिनरी क्वालिटीज़ हों, एक तो वो सीन बड़ा अच्छा लिखें, दूसरा जिस मोहरे को वो इस्तेमाल कर रहे हैं उस मोहरे के काम से वाकिफ़ हैं और उसकी इज़्ज़त करते हैं, उसे लुक डाउन अपॉन नहीं करते, उसके साथ साथ नए अंदाज में उसे पेश करना चाहते हैं। So these are some extraordinary qualities that Tigmanshu has. ਗੁਲਸ਼ਨ ਜੀ, ਇਸ ਫਿਲਮ ਦੇ ਵਿੱਚ ਲੀਡ ਕਰ ਰਹੇ ਨੇ ਸੈਫ ਅਲੀ ਖਾਨ। ਉਹਨਾਂ ਦੇ ਨਾਲ ਤੁਹਾਡਾ ਕੰਮ ਕਰਨ ਦਾ ਐਕਸਪੀਰੀਅੰਸ ਕਿਹੋ ਜਿਹਾ ਰਿਹਾ? पिछले 6-7 साल में ये धारणा बन गई कि सैफ अली जो हैं वो सोफिस्टिकेटेड रोल, स्टाइलिश रोल, ट्रेंडी रोल, रोमांटिक रोल में बहुत जचता है। ओमकारा शायद नौजवान लोगों ने अब देखी नहीं हो, शायद वो भूल गए ओमकारा में अच्छा काम किया था, लेकिन ये ना तो ओमकारा है और ना ही बुलेट राजा, ना तो ओमकारा है और ना ही क्या कहते हैं कि सैफ का वो पॉलिश रूप है जो दूसरी फिल्मों में दिखाई दिया। वो इतने शानदार तरीके से विद स्मॉलर डिटेल्स, क्योंकि सेट पर मैं मौजूद था, 2-2 मिनट में सैफ तिग्मांशु के पास भाग कर रहा था, वो जो आपने बोला मैं क्या बोलूँ उनको, अच्छा, ओह माय गॉड, ये वो। सो दीज आर सम ऑफ द एक्स्ट्राऑर्डिनरी क्वालिटीज़ दैट तिग्मांशु हैज़, and in my opinion I think this film, apart from being entertaining, would also be power-packed performances by each and every actor. ਦੋਸਤੋ, ਇਹ ਸੀ ਸਾਡੇ ਨਾਲ ਗੁਲਸ਼ਨ ਗਰੋਵਰ ਜੀ, ਜੋ ਕਿ ਅੱਜ ਕੱਲ ਬਹੁਤ ਬਿਜ਼ੀ ਨੇ ਆਪਣੀ ਫਿਲਮ ਬੁਲੇਟ ਰਾਜਾ ਨੂੰ ਪ੍ਰਮੋਟ ਕਰਨ ਵਿੱਚ। ਤੇ ਹੁਣ ਵਾਰੀ ਆ ਗਈ ਹੈ ਤੁਹਾਡੀ। ਅਸੀਂ ਤੁਹਾਨੂੰ ਪੁੱਛਾਂਗੇ ਇੱਕ ਆਸਾਨ ਜਿਹਾ ਸਵਾਲ, ਜਿਹਦਾ ਜਵਾਬ ਦੱਸ ਕੇ ਤੁਸੀਂ ਸਾਡੇ ਸ਼ੋਅ ਦੇ ਵਿਨਰ ਬਣ ਸਕਦੇ ਹੋ। ਸਵਾਲ ਹੈ ਜੀ ਕਿ ਫਿਲਮ ਬੁਲੇਟ ਰਾਜਾ ਦੇ ਡਾਇਰੈਕਟਰ ਬਤੌਰ ਐਕਟਰ ਕਿਹੜੀ ਫਿਲਮ ਵਿੱਚ ਨਜ਼ਰ ਆਏ ਸੀ?
ਹਾਸਿਲ, ਸਾਹਿਬ ਬੀਵੀ ਔਰ ਗੈਂਗਸਟਰ ਜਾਂ ਫਿਰ ਗੈਂਗਸ ਆਫ ਵਾਸੇਪੁਰ। ਤੁਹਾਨੂੰ ਪਤਾ ਹੈ ਅੱਜ ਸਾਡੇ ਲਈ ਇੱਕ ਖਾਸ ਦਿਨ ਹੈ। ਅੱਜ ਹੈ ਜੀ ਵਰਲਡ ਟੈਲੀਵਿਜ਼ਨ ਡੇ ਤੇ ਇਸ ਖਾਸ ਮੌਕੇ ਨੂੰ ਅਸੀਂ ਸੈਲੀਬ੍ਰੇਟ ਕਰਾਂਗੇ ਪੰਜਾਬੀ ਟੈਲੀਵਿਜ਼ਨ ਦੇ ਉਹਨਾਂ ਕਲਾਕਾਰਾਂ ਨਾਲ ਜਿਨ੍ਹਾਂ ਦੀ ਵਜ੍ਹਾ ਨਾਲ ਟੈਲੀਵਿਜ਼ਨ ਨੂੰ, ਖਾਸ ਤੌਰ ਤੇ ਪੰਜਾਬੀ ਟੈਲੀਵਿਜ਼ਨ ਨੂੰ ਪਹਿਚਾਨ ਮਿਲੀ। ਛੋਟੇ ਪਰਦੇ ਉੱਤੇ ਕਈ ਸਾਲਾਂ ਤੋਂ ਪੰਜਾਬੀ ਕਲਾਕਾਰ ਆਡੀਅנס ਨੂੰ ਐਂਟਰਟੇਨ ਕਰਦੇ ਆਏ ਨੇ, ਪਰ ਪੰਜਾਬੀ ਸਭ ਤੋਂ ਜ਼ਿਆਦਾ ਜਾਣੇ ਜਾਂਦੇ ਨੇ ਆਪਣੀ ਹਸਨ ਹਸਾਉਣ ਦੀ ਕਲਾ ਲਈ। ਜੇ ਗੱਲ ਕਰੀਏ ਟੀਵੀ ਕਾਮੇਡੀ ਸ਼ੋਜ਼ ਦੀ ਤਾਂ ਹਰ ਜਗ੍ਹਾ ਪੰਜਾਬੀ ਸਿਤਾਰੇ ਹੀ ਛਾਏ ਹੋਏ ਨੇ। ਇਸ ਹੱਦ ਤੱਕ ਕਿ ਆਡੀਅנס ਰੋਜ਼ ਉਹਨਾਂ ਨਾਲ ਟੀਵੀ ਰਾਹੀਂ ਮੁਲਾਕਾਤ ਕਰਨ ਦਾ ਇੰਤਜ਼ਾਰ ਕਰਦੀ ਹੈ। ਉਲਟਾ ਪੁਲਟਾ, ਫਲॉप ਸ਼ੋ ਵਰਗੇ ਸ਼ੋਜ਼ ਤੋਂ ਸ਼ੁਰੂ ਹੋਇਆ ਇਹ ਸਿਲਸਿਲਾ ਵੱਧਦਾ ਗਿਆ ਤੇ ਅੱਜਕੱਲ ਦੇ ਲਾਫਟਰ ਤੇ ਕਾਮੇਡੀ ਸ਼ੋਜ਼ ਵਿੱਚ ਜਾਰੀ ਹੈ। ਜਸਪਾਲ ਭੱਟੀ, ਗੁਰਪ੍ਰੀਤ ਘੁੱਗੀ, ਭਗਵੰਤ ਮਾਨ, ਰਾਣਾ ਰਣਬੀਰ, ਸੁਦੇਸ਼ ਲਹਿਰੀ, ਰਾਜੀਵ ਠਾकुर, ਰਾਕੇਸ਼ ਬੇਦੀ, ਕਪਿਲ ਸ਼ਰਮਾ, ਭਾਰਤੀ ਸਿੰਘ, ਸੁਗੰਧਾ ਮਿਸ਼ਰਾ, ਉਪਾਸਨਾ ਸਿੰਘ ਤੇ ਹੋਰ ਵੀ ਕਈ ਐਸੇ ਆਰਟਿਸਟ ਨੇ ਜਿਨ੍ਹਾਂ ਨੇ ਨਾ ਸਿਰਫ ਪੰਜਾਬ ਬਲਕਿ ਨੈਸ਼ਨਲ ਟੈਲੀਵਿਜ਼ਨ ਤੇ ਵੀ ਆਪਣੀ ਪਹਿਚਾਨ ਬਣਾਈ। ਅੱਜ ਵਰਲਡ ਟੈਲੀਵਿਜ਼ਨ ਡੇ ਦੇ ਇਸ ਮੌਕੇ ਤੇ ਇਹਨਾਂ ਸਾਰੀਆਂ ਹਸਤੀਆਂ ਤੇ ਸਾਨੂੰ ਮਾਣ ਹੈ। ਇਹ ਸਨ ਪੰਜਾਬੀ ਇੰਡਸਟਰੀ ਦੇ ਉਹ ਚਿਹਰੇ ਜਿਨ੍ਹਾਂ ਹਸਤੀਆਂ ਕਰਕੇ ਸਾਨੂੰ ਆਪਣੇ ਟੈਲੀਵਿਜ਼ਨ ਤੇ, ਸਾਨੂੰ ਇਹਨਾਂ ਕਲਾਕਾਰਾਂ ਦੀ ਕਲਾ ਤੇ ਮਾਣ ਹੈ। ਤੇ ਹੁਣ ਆਪਾਂ ਅੱਗੇ ਵਧਦੇ ਹਾਂ ਹਮੇਸ਼ਾ ਦੀ ਤਰ੍ਹਾਂ। ਦੋਸਤੋ ਹੁਣ ਸਮਾਂ ਹੋ ਗਿਆ ਹੈ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਪਰ ਜਾਣ ਤੋਂ ਪਹਿਲਾਂ ਇੱਕ ਵਾਅਦਾ ਮੈਂ ਹਮੇਸ਼ਾ ਦੀ ਤਰ੍ਹਾਂ ਫਿਰ ਕਰਾਂਗੀ ਕਿ ਕੱਲ ਸਵੇਰੇ 7 ਵਜੇ ਮੈਂ ਫਿਰ ਹਾਜ਼ਰ ਹੋ ਜਾਵਾਂਗੀ। ਸੋ ਤੁਸੀਂ ਬਸ ਦੇਖਦੇ ਰਹਿਣਾ ਸਪਾਰਕ ਪੰਜਾਬੀ ਚੈਨਲ। ਸਪਾਰਕ ਪੰਜਾਬੀ ਦੇਖਣ ਲਈ ਤੁਸੀਂ ਫਾਸਟਵੇ ਤੇ ਚੈਨਲ ਨੰਬਰ 62 ਟਿਊਨ ਇਨ ਕਰਨਾ ਹੈ ਤੇ ਰਿਲਾਇੰਸ DTH ਤੇ ਅਸੀਂ ਤੁਹਾਨੂੰ ਮਿਲਾਂਗੇ ਚੈਨਲ ਨੰਬਰ 952 ਤੇ। ਸੋ ਬਾਏ ਫॉर ਨਾਓ, ਯੂ ਟੇਕ ਕੇਅਰ। ਮਿਸ਼ਾ ਬਾਜਵਾ ਵੱਲੋਂ ਸਭ ਨੂੰ ਸਤਿ ਸ਼੍ਰੀ ਅਕਾਲ ਪੰਜਾਬ।